अस्सलाम वालेकुम, सत श्री अकाल, आदाब। ਦੋਸਤੋ, ਸਾਡੇ ਖਿੱਤੇ ਦੇ ਵਿੱਚ ਐਸੀਆਂ ਤਬਦੀਲੀਆਂ ਮੁਸਲਸਲ ਆ ਰਹੀਆਂ ਨੇ ਕਿ ਜਿੱਥੋਂ ਲੱਗਦਾ ਹੈ ਕਿ ਬੈਰੂਨੀ ਜਿਹੜੀ ਮੁਦਾਖਲਤ ਹੈ ਉਹ ਇੱਥੇ ਵੱਧ ਗਈ। ਤਾਜ਼ਾ ਤਰੀਨ ਇਹਦੀ ਬਹਿਸ ਜਿਹੜੀ ਸ਼ੁਰੂ ਹੋਈ ਉਹ ਬੰਗਲਾਦੇਸ਼ ਦੇ ਜਿਹੜੇ ਜਾਣ ਵਾਲੇ ਵਜ਼ੀਰ ਆਜ਼ਮ ਨੇ ਹਸੀਨਾ ਵਾਜਦ, ਉਹਨਾਂ ਦੀ ਇੱਕ ਸਟੇਟਮੈਂਟ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਹਕੂਮਤ ਦਾ ਤਖਤਾ ਉਲਟਣ ਦੇ ਵਿੱਚ ਅਮਰੀਕਾ ਦਾ ਹੱਥ ਹੈ ਔਰ ਅਮਰੀਕਾ ਚਾਹੁੰਦਾ ਕੀ ਸੀ ਇਹ ਵੀ ਉਹਨਾਂ ਨੇ ਦੱਸਿਆ। ਉਹਨੇ ਕਿਹਾ ਅਮਰੀਕਾ ਚਾਹੁੰਦਾ ਸੀ ਇੱਕ 에ਅਰਬੇਸ ਹੈਗੀ ਇੱਕ ਇਹਨਾਂ ਦੇ ਇਲਾਕੇ ਦੇ ਵਿੱਚ, ਉਹ ਉੱਥੇ ਹਵਾਈ ਅੱਡਾ ਜਿਹੜਾ ਆਪਣਾ ਅਮਰੀਕਾ ਉਹ ਕਾਇਮ ਕਰਨਾ ਚਾਹੁੰਦਾ ਸੀ। ਔਰ ਇਹਦੀ ਥੋੜ੍ਹੀ ਬਹੁਤੀ ਗੱਲ ਉਦੋਂ ਵੀ ਲੋਕਾਂ ਨੇ ਕੀਤੀ ਕਿ ਜਦੋਂ ਇਹਨਾਂ ਦੀ ਹਕੂਮਤ ਜਾਣ ਤੋਂ ਚੰਦ ਹਫ਼ਤੇ ਪਹਿਲੇ ਅਮਰੀਕਾ ਦੇ ਇੱਕ ਅਹਿਲਕਾਰ ਨੇ ਜਾ ਕੇ ਬੰਗਲਾਦੇਸ਼ੀ ਹੁਕਾਮ ਦੇ ਨਾਲ ਮੁਲਾਕਾਤ ਵੀ ਕੀਤੀ। ਉਸ ਵਕਤ ਉਸ ਮੁਲਾਕਾਤ ਦੀ ਜਿਹੜੀ ਡਿਟੇਲਸ ਉਹ ਤਾਂ ਸਾਹਮਣੇ ਨਹੀਂ ਆਈਆਂ। ਜ਼ਾਹਿਰ ਹਕੂਮਤਾਂ ਆਮ ਤੌਰ 'ਤੇ ਉਹਨੂੰ ਬਾਹਮੀ ਦਿਲਚਸਪੀ ਦੇ ਅਮੂਰ ਦੇ ਉੱਤੇ ਗੁਫ਼ਤਗੂ ਵਰਗੇ ਜੁਮਲੇ ਬੋਲ ਕੇ ਕਵਰ ਕਰ ਲੈਂਦੀਆਂ ਨੇ ਇਹੋ ਜਿਹੀਆਂ ਮੁਲਾਕਾਤਾਂ ਨੂੰ, ਲੇਕਿਨ ਉਹਦੇ ਪਿੱਛੇ ਜੋ ਕੁਝ ਚੱਲ ਰਿਹਾ ਹੁੰਦਾ ਉਹ ਉਸ ਸੂਰਤ ਦੇ ਵਿੱਚ ਜ਼ਾਹਿਰ ਹੁੰਦਾ ਜਦੋਂ ਕਿਸੇ ਨਤੀਜੇ 'ਤੇ ਗੱਲ ਪਹੁੰਚ ਜਾਵੇ। ਅਤੇ ਉਹਨਾਂ ਨੇ ਕਿਹਾ ਕਿ ਉਹ ਬੰਗਲਾਦੇਸ਼ੀ ਜਿਹੜਾ ਅਮਰੀਕੀ ਉੱਥੇ ਆਏ ਸਨ, ਉਹਨਾਂ ਨੇ ਆ ਕੇ ਕਿਹਾ ਕਿ ਜਨਾਬ ਤੁਸੀਂ ਆਪਣਾ ਜਿਹੜਾ ਇਹ ਅੱਡਾ ਹੈਗਾ ਇਹ ਸਾਨੂੰ ਦੇ ਦਿਓ। ਅਤੇ ਜਦੋਂ ਮੈਂ ਉਹ ਅੱਡਾ ਨਹੀਂ ਦਿੱਤਾ ਅਤੇ ਫਿਰ ਉਹਨਾਂ ਨੇ ਇਹ ਹਕੂਮਤ ਜਿਹੜੀ ਹੈ ਇਹ ਘਰ ਕਰ ਦਿੱਤੀ। ਅੱਛਾ, ਇਸ ਬਿਆਨ ਦੇ ਉੱਤੇ ਇੱਕ ਰਿਐਕਸ਼ਨ ਵੀ ਆਇਆ ਨਾ, ਅਮਰੀਕਾ ਵੱਲੋਂ ਰਿਐਕਸ਼ਨ ਆਇਆ ਫੌਰੀ ਤੌਰ 'ਤੇ। ਔਰ ਅਮਰੀਕਾ ਦੇ ਜਿਹੜੇ ਅਰਕਾਨ ਨੇ ਕਾਂਗਰਸ ਦੇ, ਉਹਨਾਂ ਨੇ ਆਪਣੇ ਵਜ਼ੀਰ ਖਾਰਜਾ ਅਤੇ ਵਜ਼ੀਰ ਖਜ਼ਾਨਾ ਨੂੰ ਖਤ ਲਿਖਿਆ ਇੱਕ, ਔਰ ਉਹਨਾਂ ਖਤ ਲਿਖ ਕੇ ਕਿਹਾ ਕਿ ਜਿਹੜੀ ਹਸੀਨਾ ਵਾਜਦ ਨੇ ਇਹਨਾਂ ਦੀ ਪਾਰਟੀ ਦੇ ਸੈਕਟਰੀ ਜਨਰਲ ਅਤੇ ਜਿਹੜੇ ਵਜ਼ੀਰ ਦਾਖਲਾ ਨੇ ਉੱਥੋਂ ਦੇ, ਉਹਨਾਂ ਦਾ ਅਮਰੀਕਾ ਦੇ ਵਿੱਚ ਜਿਹੜਾ ਦਾਖਲਾ ਹੈ ਉਹ ਬੰਦ ਕਰਤਾ ਜਾਵੇ। ਇਹ ਕਿਹਾ ਇੱਥੋਂ ਹੀ ਪਤਾ ਲੱਗਦਾ ਹੈ ਕਿ ਕੋਈ ਐਸੀ ਚੀਜ਼ ਹੈਗੀ ਹੈ ਜਿਹੜੀ ਅਮਰੀਕੀਆਂ ਨੂੰ ਬੰਗਲਾਦੇਸ਼ ਦੇ ਬਾਰੇ ਸੈਂਸਿਟਿਵ ਬਣਾ ਰਹੀ ਹੈ। ਅਤੇ ਅਮਰੀਕੀ ਇਹ ਕਿਉਂ ਚਾਹੁੰਦੇ ਸਨ, ਅਗਰ ਇਸ ਗੱਲ ਨੇ ਇਸ ਥਿਊਰੀ ਨੂੰ ਅੱਗੇ ਵਧਾਈਏ ਅਤੇ ਅਮਰੀਕੀ ਇਹ ਕਿਉਂ ਚਾਹੁੰਦੇ ਸਨ, ਜਦਕਿ ਦੂਸਰੇ ਪਾਸੇ ਅਸੀਂ ਇਹ ਵੇਖਦੇ ਹਾਂ ਕਿ ਹਸੀਨਾ ਵਾਜਦ ਦੇ ਜਿਹੜੇ ਸਭ ਨਾਲੋਂ ਕਰੀਬੀ ਇਤਿਹਾਦੀ ਨੇ ਨਰਿੰਦਰ ਮੋਦੀ, ਉਹ ਅਮਰੀਕੀ ਕੈਂਪ ਦੇ ਬੰਦੇ ਨੇ ਔਰ ਉਹ ਇਸ ਖਿੱਤੇ ਦੇ ਵਿੱਚ ਹਰ ਉਹ ਮੂਵ ਕਰਨ ਡਏ ਨੇ ਜਿਹੜੀ ਅਮਰੀਕਾ ਚਾਹੁੰਦਾ ਹੈ। ਅਤੇ ਫਿਰ ਹਸੀਨਾ ਵਾਜਦ ਦਾ ਜਿਹੜਾ ਇਹ ਦਾਅਵਾ ਹੈ ਕਿ ਉਹਨਾਂ ਦੇ ਕੋਲੋਂ ਅੱਡਾ ਮੰਗਿਆ ਗਿਆ, ਅਮਰੀਕਾ ਨੇ ਅੱਡਾ ਮੰਗਿਆ ਅਤੇ ਉਹਨਾਂ ਨੇ ਨਹੀਂ ਦਿੱਤਾ, ਅਤੇ ਉਹਦੇ ਰਿਐਕਸ਼ਨ ਦੇ ਵਿੱਚ ਫਿਰ ਉਹਨਾਂ ਦੀ ਹਕੂਮਤ ਕਰ ਦਿੱਤੀ ਗਈ। ਅਤੇ ਕੀ ਇਹ ਇਸ ਤਰ੍ਹਾਂ ਹੀ ਹੋ ਸਕਦਾ? ਇਹਦੇ ਵਿੱਚ ਇੱਕ ਤਾਂ ਅਸੀਂ ਪਹਿਲੇ ਵੀ ਇਹ ਗੱਲ ਕਰਦੇ ਰਹੇ ਆਪਣੇ ਵਲੌਗ ਦੇ ਵਿੱਚ, ਕਾਲਮਾਂ ਦੇ ਜ਼ਰੀਏ ਵੀ ਮੈਂ ਗੱਲ ਕੀਤੀ ਕਿ ਬੰਗਲਾਦੇਸ਼ ਦੇ ਵਿੱਚ ਚੀਨ ਦੀ ਬਹੁਤ ਵੱਡੀ ਇਨਵੈਸਟਮੈਂਟ ਹੈ। ਚੀਨ ਉੱਥੇ ਦੀ ਜਿਹੜੀ ਮਾਸ਼ੀ ਤਰੱਕੀ ਉਹਦੇ ਵਿੱਚ ਇੱਕ ਅਹਿਮ ਕਿਰਦਾਰ ਅਦਾ ਕਰ ਰਿਹਾ। ਚੀਨ ਇਹ ਚਾਹੁੰਦਾ ਹੈ ਕਿ ਖਿੱਤੇ ਦੇ ਮਮਾਲਿਕ ਜਿਹੜੇ ਨੇ ਉਹ ਆਪਸ ਦੇ ਵਿੱਚ ਜੰਗਾਂ ਨਾ ਕਰਨ। ਅਗਰ ਕਿਸੇ ਮੁਲਕ ਦਾ ਦੂਸਰੇ ਮੁਲਕ ਦੇ ਨਾਲ ਝਗੜਾ ਹੈਗਾ ਵੇ ਅਤੇ ਉਹ ਝਗੜਾ ਆਪਣੀ ਜਗ੍ਹਾ 'ਤੇ ਰਹੇ, ਲੇਕਿਨ ਤਜਾਰਤੀ ਤਾਲੁਕਾਤ ਵਧਾਉਣ। ਉਹਦੀ ਮਿਸਾਲ ਚੀਨ ਨੇ ਇੰਡੀਆ ਦੇ ਨਾਲ ਤਾਲੁਕਾਤ ਕਾਇਮ ਕਰਕੇ ਦਿੱਤੀ ਕਿ ਚੀਨ ਅਤੇ ਇੰਡੀਆ ਦੇ ਵਿੱਚ ਝੜਪਾਂ ਹਾਲੇ ਤੱਕ ਲੱਗੀਆਂ ਰਹਿੰਦੀਆਂ ਨੇ, ਲੇਕਿਨ ਉਹਨਾਂ ਦੀ ਜਿਹੜੀ ਬਾਹਮੀ ਤਜਾਰਤ ਹੈ ਉਹ $100 ਅਰਬ ਦੇ ਕਰੀਬ ਚਲੀ ਗਈ। ਇਸੇ ਤਰ੍ਹਾਂ ਉਹ ਪਾਕਿਸਤਾਨ ਨੂੰ ਵੀ ਕਹਿੰਦਾ ਹੈ ਔਰ ਇੰਡੀਆ ਨੂੰ ਵੀ ਕਹਿੰਦਾ ਕਿ ਤੁਸੀਂ ਵੀ ਆਪਸ ਦੇ ਵਿੱਚ ਤਜਾਰਤ ਕਰੋ, ਤੁਹਾਡੀ ਦੁਸ਼ਮਣੀ ਆਪਣੀ ਜਗ੍ਹਾ 'ਤੇ ਰਹੇ ਲੇਕਿਨ ਤਜਾਰਤ ਕਰੋ। ਯਾਨੀ ਉਹ ਕਹਿੰਦਾ ਕਿ ਇਹਦੇ ਨਾਲ ਤਾਲੁਕਾਤ ਨਾਰਮਲ ਹੋਣ ਦੇ ਨਾ ਇੱਕ ਮੌਕੇ ਪੈਦਾ ਹੋਣਗੇ। ਇਸੇ ਤਰ੍ਹਾਂ ਅਸੀਂ ਜਦੋਂ ਬੰਗਲਾਦੇਸ਼ ਦੇ ਹਵਾਲੇ ਨਾਲ ਵੇਖਦੇ ਹਾਂ ਅਤੇ ਬੰਗਲਾਦੇਸ਼ ਦੇ ਵਿੱਚ ਚੀਨ ਦੀ ਇਨਵੈਸਟਮੈਂਟ ਇਸ ਵਾਸਤੇ ਸੀ ਕਿ ਉਹ ਚਾਹੁੰਦਾ ਸੀ ਕਿ ਜਿਹੜੇ ਉਹਦੇ ਮੁਖਤਲਿਫ ਮੁਲਕਾਂ ਦੇ ਵਿੱਚ ਖਿੱਤੇ ਦੇ ਵਿੱਚ ਇੱਕ ਪਲਾਨ ਹੈਗਾ ਵੇ ਕਿ ਰਾਬਤਾ ਕਰਾਉਣ ਦਾ ਮੁਲਕਾਂ ਦੇ ਆਪਸ ਦੇ ਵਿੱਚ ਉਹ ਨਾਰਮਲ ਹੋਣ। ਔਰ ਸ਼ਾਇਦ ਇਹ ਚੀਨੀ ਅਸਰ ਰਸੂਖ ਦੀ ਵਜ੍ਹਾ ਨਾਲ ਹੀ ਬੰਗਲਾਦੇਸ਼ ਔਰ ਪਾਕਿਸਤਾਨ ਦੇ ਤਾਲੁਕਾਤ ਕਿਸੇ ਹੱਦ ਤੱਕ ਬਹੁਤ ਥੱਲੜੀ ਸਤ੍ਹਾ 'ਤੇ ਅਗਰਚੇ ਕਹਿ ਸਕਦੇ ਅਸੀਂ, ਕਿਉਂਕਿ ਅਵਾਮੀ ਲੀਗ ਦੀ ਹਕੂਮਤ ਸੀ ਅਤੇ ਬਹੁਤ ਥੱਲੜੀ ਸਤ੍ਹਾ 'ਤੇ ਕਿਤੇ ਨਾ ਕਿਤੇ ਕੋਈ ਬਿਹਤਰ ਵੀ ਹੋਏ, ਲੇਕਿਨ ਉਹ ਹਾਲੇ ਉਹ ਇੰਨੇ ਇਤਮੀਨਾਨ ਬਖਸ਼ ਨਹੀਂ ਸਨੇਗੇ, ਤਸੱਲੀ ਬਖਸ਼ ਨਹੀਂ ਸਨੇਗੇ। ਲੇਕਿਨ ਜਿੰਨੇ ਵੀ ਉਹ ਬਿਹਤਰ ਹੋਏ ਸੀ ਉਹਦੇ ਵਿੱਚ ਵੀ ਚੀਨ ਦਾ ਇੱਕ ਰੋਲ ਹੈਗਾ ਸੀ, ਯਾਨੀ ਵਰਕਿੰਗ ਰਿਲੇਸ਼ਨਸ਼ਿਪ ਕਹਿ ਲਓ। ਔਰ ਉਸੇ ਵਰਕਿੰਗ ਰਿਲੇਸ਼ਨਸ਼ਿਪ ਦੀ ਵਜ੍ਹਾ ਨਾਲ ਹੀ ਪਾਕਿਸਤਾਨ 'ਚ ਬਹੁਤ ਸਾਰੇ ਲੋਕ ਜਿਹੜੇ ਨੇ, ਇਨਵੈਸਟਰਸ ਜਿਹੜੇ ਨੇ, ਉਹ ਬੰਗਲਾਦੇਸ਼ ਗਏ, ਉਹਨਾਂ ਨੇ ਉੱਥੇ ਕਾਰੋਬਾਰ ਕੀਤਾ, ਖਾਸ ਤੌਰ 'ਤੇ ਗਾਰਮੈਂਟਸ ਟੈਕਸਟਾਈਲ ਦੇ ਸ਼ੋਬੇ ਦੇ ਵਿੱਚ ਉਹਨਾਂ ਨੇ ਉਹ ਖਾਸੇ ਉੱਥੇ ਕੰਮ ਕੀਤਾ। ਹੁਣ ਜਿਹੜਾ ਇਹ ਵੇ ਕਿ ਅਮਰੀਕਾ ਕਿਉਂ ਚਾਹੁੰਦਾ, ਅਗਰ ਅਸੀਂ ਹਸੀਨਾ ਵਾਜਦ ਦੀ ਗੱਲ ਮੰਨ ਲਈਏ ਤਾਂ ਅਮਰੀਕਾ ਕਿਉਂ ਚਾਹੁੰਦਾ ਸੀ?
ਅਮਰੀਕਾ ਅਗਰ ਅੱਡਾ ਮੰਗਿਆ ਤਾਂ ਉਹਦੀ ਵਜ੍ਹਾ ਇਹ ਸੀ ਕਿ ਉਹ ਚੀਨ ਦਾ ਉੱਥੇ ਜਿਹੜਾ ਅਸਰ ਰਸੂਖ ਹੈਗਾ ਵੇ ਬੰਗਲਾਦੇਸ਼ ਔਰ ਉਹਦੇ ਇਰਦ ਗਿਰਦ ਦੇ ਇਲਾਕੇ ਦੇ ਵਿੱਚ, ਉਹਨੂੰ ਕੰਟਰੋਲ ਕਰਨਾ ਚਾਹੁੰਦਾ ਸੀ। ਕਿਸੇ ਹੱਦ ਤੱਕ ਉਸ ਅਸਰ ਰਸੂਖ ਦੇ ਵਿੱਚ ਅਮਰੀਕਾ ਆਪਣਾ ਵੀ ਇੱਕ ਭਾਰ ਰੱਖਣਾ ਚਾਹੁੰਦਾ ਸੀ। ਇਸ ਵਾਸਤੇ ਉਹਦੀ ਕੋਸ਼ਿਸ਼ ਸੀ ਕਿ ਉੱਥੇ ਇੱਕ ਅੱਡਾ ਜਿਹੜਾ ਹੈ ਉਹਦਾ ਬਣ ਜਾਏ। ਤੁਹਾਨੂੰ ਯਾਦ ਹੋਏਗਾ ਕਿ ਪਾਕਿਸਤਾਨ ਦੇ ਵੀ ਕਈ ਹੁਕਮਰਾਨ ਜਿਹੜੇ ਨੇ ਉਹ ਕਹਿੰਦੇ ਰਹੇ ਨੇ ਕਿ ਅਸੀਂ ਅਮਰੀਕਾ ਨੂੰ ਅੱਡਾ ਨਹੀਂ ਦੇਵਾਂਗੇ, ਔਰ ਕਈਆਂ ਦੇ ਉੱਤੇ ਇਲਜ਼ਾਮ ਵੀ ਲੱਗਦੇ ਰਹੇ ਨੇ ਕਿ ਉਹਨਾਂ ਨੇ ਅਮਰੀਕਾ ਨੂੰ ਅੱਡੇ ਦਿੱਤੇ। ਜਿਹੜੇ ਦਹਿਸ਼ਤਗਰਦੀ ਦੇ ਖਿਲਾਫ ਜੰਗ ਹੋ ਰਹੀ ਸੀ ਪਾਕਿਸਤਾਨ ਦੇ ਵਿੱਚ, ਅਤੇ ਪਰਵੇਜ਼ ਮੁਸ਼ਰਫ ਗਵਰਨਮੈਂਟ ਸੀ, ਅਤੇ ਉਹਨਾਂ ਦਿਨਾਂ ਦੇ ਵਿੱਚ ਤਾਂ ਬਹੁਤ ਹੀ ਸ਼ਮਸੀ ਏਅਰਬੇਸ ਦਾ ਨਾਂ ਤਾਂ ਬਹੁਤ ਮਾਰੂਫ ਹੈਗਾ ਕਿ ਅਮਰੀਕੀ ਤਿਆਰੇ ਉਦੋਂ ਔਰ ਡਰੋਨ ਉੱਡਦੇ ਸਨ, ਅਤੇ ਪਾਕਿਸਤਾਨ ਅਫਗਾਨਿਸਤਾਨ ਦੇ ਬਾਰਡਰ ਏਰੀਆ ਦੇ ਉੱਤੇ ਡਰੋਨ ਅਟੈਕ ਹੁੰਦੇ ਸਨ। ਇਹ ਸਾਰੀਆਂ ਗੱਲਾਂ ਆਪਣੀ ਜਗ੍ਹਾ 'ਤੇ। ਅਤੇ ਜਦੋਂ ਤੁਸੀਂ ਕਿਸੇ ਨੂੰ ਅੱਡਾ ਦੇ ਦਿੰਦੇ ਜੇ ਤਾਂ ਫਿਰ ਉਹਦੇ ਨਾਲ ਤੁਹਾਡੀ ਜਿਹੜੀ ਖੁਦ ਮੁਖਤਾਰੀ ਹੁੰਦੀ ਹੈ ਉਹਦੇ ਉੱਤੇ ਕੰਪਰੋਮਾਈਜ਼ ਹੁੰਦਾ, ਉਹ ਥੋੜ੍ਹਾ ਹੋਵੇ ਜ਼ਿਆਦਾ ਹੋਵੇ। ਔਰ ਜਿਹੜੀਆਂ ਵੱਡੀਆਂ ਤਾਕਤਾਂ ਹੁੰਦੀਆਂ ਨੇ ਇਹ ਥੋੜ੍ਹੀ ਜਿਹੀ ਗੁੰਜਾਇਸ਼ ਨੂੰ ਇਸਤੇਮਾਲ ਕਰਕੇ ਵੱਡੇ ਉੱਥੇ ਕੰਮ ਕਰ ਦਿੰਦੀਆਂ ਨੇ, ਜਿਹਦੇ ਨਾਲ ਉਹ ਜਿਹੜਾ ਮੇਜ਼ਬਾਨ ਮੁਲਕ ਹੁੰਦਾ ਹੈ ਉਹਦੇ ਵਾਸਤੇ ਡਿਪਲੋਮੈਟਿਕ ਇਸ਼ੂਜ਼ ਪੈਦਾ ਹੋ ਜਾਂਦੇ ਨੇ, ਔਰ ਉਹਦੇ ਜਿਹੜੇ ਰਿਲੇਸ਼ਨਸ ਹੁੰਦੇ ਨੇ ਉਹਦੇ ਹਮਸਾਇਆਂ ਦੇ ਨਾਲ ਉਹ ਖਰਾਬ ਹੋ ਜਾਂਦੇ ਨੇ। ਪਾਕਿਸਤਾਨ ਇੱਕ ਤਵੀਲ ਅਰਸੇ ਤੱਕ ਇਸ ਹਾਲਾਤ 'ਚ ਰਿਹਾ, ਇਸੇ ਵਾਸਤੇ ਉਹਦੇ ਹਮਸਾਇਆਂ ਦੇ ਤਾਲੁਕਾਤ ਖਰਾਬ ਹੋਏ ਕਿ ਇੱਥੇ ਗੈਰ ਮੁਲਕੀ ਜਿਹੜੀਆਂ ਤਾਕਤਾਂ ਸਨ ਉਹਨਾਂ ਨੂੰ ਮੁਖਤਲਿਫ ਜਗ੍ਹਾ ਦੇ ਉੱਤੇ ਸਪੇਸ ਮਿਲੀ, ਟਿਕਾਣੇ ਮਿਲੇ, ਅਤੇ ਉਹਨਾਂ ਨੇ ਇੱਥੇ ਬਹਿ ਕੇ ਆਪਣੇ ਮਨਸੂਬੇ ਦੇ ਤਹਿਤ ਜਦੋਂ ਕਾਰਵਾਈਆਂ ਕੀਤੀਆਂ ਅਤੇ ਉਹਦਾ ਅਸਰ ਪਾਕਿਸਤਾਨ ਦੇ ਹਮਸਾਇਆਂ ਦੇ ਨਾਲ ਜਿਹੜੇ ਤਾਲੁਕਾਤ ਸੀ ਉਹਨਾਂ ਦੇ ਪਏ। ਅਤੇ ਸ਼ਾਇਦ ਬੰਗਲਾਦੇਸ਼ ਦੀ ਜਿਹੜੀ ਵਜ਼ੀਰ ਆਜ਼ਮ ਨੇ ਉਹਨਾਂ ਨੇ ਸੋਚਿਆ ਹੋਵੇ ਕਿ ਇਸ ਹੱਦ ਤੱਕ ਤਾਂ ਠੀਕ ਹੈ ਕਿ ਅਸੀਂ ਨਰਿੰਦਰ ਮੋਦੀ ਦੇ ਹਾਮੀ ਹਾਂ ਜਾਂ ਉਹਨਾਂ ਦੇ ਜ਼ਰੀਏ ਅਸਰ ਕੰਮ ਕਰ ਰਹੇ ਹਾਂ, ਲੇਕਿਨ ਅਮਰੀਕਾ ਨੂੰ ਅਗਰ ਅਸੀਂ ਇੱਥੇ ਅੱਡੇ ਦਿੱਤੇ ਤਾਂ ਉਹਦੇ ਨਾਲ ਨਵੀਂ ਇੱਕ ਪਰੇਸ਼ਾਨੀ ਲਾਹਕ ਹੋ ਜਾਏਗੀ, ਅਤੇ ਉਹਨਾਂ ਇਹਦੇ ਤੋਂ ਇਨਕਾਰ ਕਰਤਾ ਹੋਵੇ। ਲੇਕਿਨ ਇੱਕ ਹਲਕਾ ਮੁਬਸਰੀਨ ਦਾ ਇਹ ਵੀ ਕਹਿੰਦਾ ਹੈ ਕਿ ਇਸ ਗੱਲ ਦੇ ਵਿੱਚ ਕੋਈ ਵਜ਼ਨ ਨਹੀਂ ਹੈਗਾ। ਵਜ਼ਨ ਇਸ ਵਾਸਤੇ ਨਹੀਂ ਕਿ ਅਮੂਮੀ ਤੌਰ 'ਤੇ ਜਿਹੜੇ ਮੁਸਲਮਾਨ ਮੁਲਕ ਨੇ ਉੱਥੇ ਐਂਟੀ ਅਮਰੀਕਾ ਜਿਹੜੇ ਨਾਅਰੇ ਨੇ ਉਹ ਖਾਸੇ ਮਕਬੂਲ ਨੇ। ਪਾਕਿਸਤਾਨ ਦੇ ਵਿੱਚ ਵੀ ਜਦੋਂ ਵੀ ਕੋਈ ਹੁਕਮਰਾਨ ਐਂਟੀ ਅਮਰੀਕਾ ਨਾਅਰਾ ਲਾਉਂਦਾ ਅਤੇ ਉਹ ਬੜਾ ਪਾਪੂਲਰ ਹੁੰਦਾ ਹੈ, ਅਤੇ ਉਹਨਾਂ ਮੁਬਸਰੀਨ ਦਾ ਇਹ ਖਿਆਲ ਹੈ ਕਿ ਹਸੀਨਾ ਵਾਜਦ ਨੇ ਜਦੋਂ ਵੇਖਿਆ ਕਿ ਇਕਤਦਾਰ ਉਹਨਾਂ ਦੇ ਹੱਥਾਂ 'ਚੋਂ ਨਿਕਲ ਗਿਆ ਹੈ ਔਰ ਉਹ ਵਾਪਸੀ ਦੇ ਇਮਕਾਨਾਤ ਵੀ ਬੜੇ ਘੱਟ ਨੇ, ਅਤੇ ਉਹਨਾਂ ਨੇ ਫਿਰ ਆਖਰੀ ਪੱਤੇ ਦੇ ਤੌਰ 'ਤੇ ਇਹ ਇੱਕ ਬਿਆਨੀਆ ਸੱਟਿਆ ਕਿ ਉਹਨਾਂ ਦੀ ਜਿਹੜੀ ਤਖਤਾ ਉਲਟਣ ਦੇ ਵਿੱਚ ਅਮਰੀਕਾ ਦਾ ਕਿਰਦਾਰ ਹੈ, ਔਰ ਅਮਰੀਕਾ ਦੇ ਕਹਿਣ ਦੇ ਉੱਤੇ ਇੱਕ ਮੂਵਮੈਂਟ ਬਣੀ ਉੱਥੇ, ਔਰ ਉਹ ਲੋਕਾਂ ਨੂੰ ਹੁਣ ਇਹ ਯਕੀਨ ਕਰ। ਉਹਨਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਨੇ ਉਹਨਾਂ ਨੂੰ ਕਿਹਾ ਕਿ ਅਗਰ ਤੁਸੀਂ ਮੈਨੂੰ ਅੱਡਾ ਦੇ ਦਿਓ ਅਤੇ ਤੁਹਾਡਾ ਜਿਹੜਾ ਇਕਤਦਾਰ ਹੈ ਉਹਨੂੰ ਅਸੀਂ ਬਹਾਲ ਰੱਖਾਂਗੇ, ਅਤੇ ਹਸੀਨਾ ਵਾਜਦ ਨੇ ਕਿਹਾ ਕਿ ਮੈਂ ਰਿਫਿਊਜ਼ ਕਰਤਾ। ਇਹ ਹੁਣ ਐਸੀ ਗੱਲ ਹੈ ਕਿ ਸਾਡੇ ਜਿਹੜੇ ਜਮਹੂਰੀ ਨਿਜ਼ਾਮ ਨੇ ਤਰੱਕੀ ਪਜ਼ੀਰ ਮੁਲਕਾਂ ਦੇ ਵਿੱਚ, ਉਹਦੇ ਉੱਤੇ ਇੱਕ ਗੱਲ ਹੋਣੀ ਚਾਹੀਦੀ ਸੰਜੀਦਗੀ ਦੇ ਨਾਲ, ਕਿਉਂਕਿ ਪਾਕਿਸਤਾਨ ਖੁਦ ਇਹੋ ਜਿਹੇ ਹਾਲਾਤ ਦਾ ਸ਼ਿਕਾਰ ਰਿਹਾ ਵੇ, ਔਰ ਹੁਣ ਵੀ ਕਈ ਦਫਾ ਐਸਾ ਅਸੀਂ ਵੇਖਣ ਡਏ ਹਾਂ ਚੀਜ਼ਾਂ ਹੋ ਜਾਂਦੀਆਂ ਨੇ ਕਿ ਬੈਰੂਨੀ ਕੂਵਤਾਂ ਜਿਹੜੀਆਂ ਨੇ ਉਹਨਾਂ ਦੇ ਇੱਕ ਕੋਈ ਸੇਫ ਗਾਰਡ ਹੋਣੇ ਚਾਹੀਦੇ ਨੇ ਕਿ ਉਹਨਾਂ ਦੇ ਜਿਹੜੇ ਇੱਥੇ ਮੁਫਾਦਾਤ ਨੇ ਉਹ ਇਸ ਸੂਰਤ ਇਖਤਿਆਰ ਨਾ ਕਰ ਜਾਣ ਕਿ ਉਹ ਮੇਜ਼ਬਾਨ ਮੁਲਕ ਜਿਹੜਾ ਉਹਦੇ ਆਪਣੇ ਮੁਫਾਦਾਤ ਕੁਰਬਾਨ ਹੋ ਜਾਣ। ਅਤੇ ਇਹ ਵਾਲੀ ਸੂਰਤ ਹਾਲ ਜਿਹੜੀ ਇਹ ਯਕੀਨਨ ਤਸ਼ਵੀਸ਼ਨਾਕ ਇਸ ਲਿਹਾਜ਼ ਨਾਲ ਤਾਂ ਹੋ ਸਕਦੀ ਕਿ ਅਮਰੀਕਾ ਨੇ ਅੱਡਾ ਮੰਗਿਆ ਔਰ ਨਾ ਦਿੱਤਾ ਔਰ ਫਿਰ ਉਹਨਾਂ ਦੀ ਹਕੂਮਤ ਕਰ ਦਿੱਤੀ, ਲੇਕਿਨ ਇਹ ਵਾਲਾ ਜਿਹੜਾ ਬਿਆਨੀਆ ਬਣਾਉਣਾ ਕਿ ਇਹ ਇੱਕ ਫੈਸ਼ਨ ਬਣ ਗਿਆ ਕਿ ਅਮਰੀਕਾ ਨੇ ਤਖਤਾ ਉਲਟਿਆ ਜਾਂ ਵਾਕਈ ਇਹਦੇ ਵਿੱਚ ਕੁਝ ਹੈਗਾ ਵੀ। ਅਤੇ ਇਹ ਜਨਾਬ ਸਾਡਾ ਇੱਕ ਤਜਜ਼ੀਆ ਸੀ ਇਸ ਬੰਗਲਾਦੇਸ਼ ਦੀ ਸੂਰਤ ਹਾਲ ਦੇ ਹਵਾਲੇ ਨਾਲ, ਅਤੇ ਜੀਂਦੇ ਰਹੋ, ਵਸਦੇ ਰਹੋ।